ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਤੇ ਪ੍ਰੋਗਰਾਮ ਦਾ ਨਾਮ ਹੈ ਇਨਸਾਈਟਸ ਵਿਦ ਵਿਸ਼ਾਲ ਸੂਦ। ਇਸ ਪ੍ਰੋਗਰਾਮ 'ਚ ਅਸੀਂ ਹਰ ਵਾਰ ਗੱਲ ਕਰਦੇ ਹਾਂ ਦੇਸ਼ ਦੁਨੀਆ ਪੰਜਾਬ ਦੇ तमाम ਜ਼ਰੂਰੀ ਮੁੱਦਿਆਂ ਦੀ ਤੇ ਗੱਲ ਕਰਦੇ ਹਾਂ ਕਿ ਅਸੀਂ ਆਪਣੀ ਸੁਸਾਇਟੀ ਨੂੰ ਕਿਵੇਂ ਬੈਟਰ ਕਰ ਸਕਦੇ ਹਾਂ। ਤੇ ਅੱਜ ਭਾਰਤ ਦਾ ਸੁਤੰਤਰਤਾ ਦਿਵਸ ਹੈ, ਆਜ਼ਾਦੀ ਦਿਵਸ ਹੈ ਤੇ 75ਵਾਂ ਆਜ਼ਾਦੀ ਦਿਵਸ ਹੈ ਤੇ ਪੂਰੇ ਭਾਰਤ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ। ਅਸੀਂ ਮਹੋਤਸਵ ਕਾਹਤੋਂ ਕਹਿ ਰਹੇ ਹਾਂ ਤੇ ਇਹਦੀ ਵੀ ਗੱਲਬਾਤ ਕਰਾਂਗੇ ਤੇ ਇਨਸਾਈਟਸ ਵੀ ਜਾਣਾਂਗੇ। ਸਾਡੇ ਨਾਲ ਇਨਸਾਈਟਸ ਦੇ ਲਈ ਹਮੇਸ਼ਾ ਮੌਜੂਦ ਹੁੰਦੇ ਨੇ ਵਿਸ਼ਾਲ ਸੂਦ ਜੀ। ਵੈਲਕਮ ਸਰ। ਥੈਂਕ ਯੂ ਅਮਨ। ਸਰ ਬਹੁਤ ਬਹੁਤ ਵਧਾਈ ਹੋਵੇ ਆਜ਼ਾਦੀ ਦਿਵਸ ਦੀਆਂ। ਤੁਹਾਨੂੰ ਵੀ ਵੰਦੇ ਮਾਤਰਮ, ਜੈ ਹਿੰਦ। ਸਰ 75 ਸਾਲ ਹੋ ਗਏ ਭਾਰਤ ਨੂੰ ਆਜ਼ਾਦ ਹੋਏ ਤੇ 75 ਸਾਲਾਂ ਦੇ ਵਿੱਚ ਅਸੀਂ ਕੀ ਕੁਝ ਕੀਤਾ ਹੈ, ਕਿਹੜੀ ਥਾਂ ਤੋਂ ਕਿਹੜੀ ਥਾਂ ਤੇ ਪਹੁੰਚ ਗਏ ਹਾਂ, ਕੀ ਤਰੱਕੀਆਂ ਕੀਤੀਆਂ ਤੇ ਕਿਹੜੀਆਂ ਥਾਵਾਂ ਤੇ ਰਹਿ ਗਈਆਂ ਜਿੱਥੇ ਅਸੀਂ ਕੰਮ ਕਰ ਸਕਦੇ ਸੀ ਤੇ ਕਰਨੇ ਬਾਕੀ ਰਹਿ ਗਏ ਹਾਂ। ਦੇਖੋ, ਜੋ ਸਾਡਾ ਭਾਰਤ ਦੇ ਲਈ ਵਿਜ਼ਨ ਹੈ, ਜਿਸ ਤਰ੍ਹਾਂ ਦਾ ਭਾਰਤ ਅਸੀਂ ਚਾਹੁੰਦੇ ਹਾਂ, ਜੋ ਸਾਡੇ ਕੌਨਸਟੀਟਿਊਸ਼ਨ 'ਚ ਲਿਖਿਆ ਹੈ, ਜੋ ਸਾਡੀ ਪੁਰਾਣੀ ਹੈਰੀਟੇਜ ਹੈ ਤੇ ਹਿਸਟਰੀ ਹੈ, ਤੇ ਜੋ ਇੱਕ ਆਈਡੀਅਲ ਦੇਸ਼ ਹੁੰਦਾ ਹੈ, ਮੈਂ ਤੁਹਾਨੂੰ ਦੱਸਾਂ ਉਹ ਅਸੀਂ ਕਦੀ ਵੀ ਅਚੀਵ ਨਹੀਂ ਕਰਾਂਗੇ। ਉਹ ਇੱਕ ਸਾਡਾ ਇੰਪੋਸੀਬਲ ਡ੍ਰੀਮ ਹੈਗਾ ਜੀ। ਜਦੋਂ ਮੈਂ ਇਹ ਕਹਿੰਦਾ, ਮੈਂ ਇਹਨੂੰ ਨੈਗੇਟਿਵਲੀ ਨਹੀਂ ਕਹਿ ਰਿਹਾ, ਮੈਂ ਇਹਨੂੰ ਪੋਜ਼ਿਟਿਵਲੀ ਕਹਿ ਰਿਹਾ ਜੀ। ਸਾਡਾ ਗੋਲ ਕੀ ਹੋਣਾ ਚਾਹੀਦਾ ਹੈ ਕਿ ਹਰ ਰੋਜ਼ ਭਾਰਤ ਨੂੰ ਬੈਟਰ ਦੇਸ਼, ਬੈਟਰ ਜਗ੍ਹਾ ਬਣਾਈਏ। ਸਾਡੇ ਲੋਕਾਂ ਲਈ ਜਿੱਥੇ ਬੈਟਰ ਓਪਰਚੁਨਿਟੀਜ਼, ਮੋਰ ਇਕੁਐਲਿਟੀ, ਮੋਰ ਡਿਗਨਿਟੀ, ਸਾਡਾ ਦੇਸ਼ ਹੋਰ ਜ਼ਿਆਦਾ ਸਟਰੋਂਗ ਹੋਵੇ, ਹੋਰ ਜ਼ਿਆਦਾ ਇੰਟੈਲੈਕਚੁਅਲੀ ਡਰਿਵਨ ਹੋਵੇ, ਹੋਰ ਜਿੱਥੇ ਸ਼ਾਂਤੀ ਹੋਵੇ, ਜਿੱਥੇ ਲੋਕੀ ਭਾਈਚਾਰੇ ਨਾਲ ਰਹਿਣ, ਰਾਈਟ, ਜਿੱਥੇ ਕਿਸੇ ਦੇ ਉੱਤੇ ਵੀ ਕਾਸਟ ਬੇਸਡ, ਰਿਲੀਜਨ ਬੇਸਡ, ਉਹਦੇ ਜੈਂਡਰ ਬੇਸਡ ਜਾਂ ਉਹਦੀ ਕੋਈ ਵੀ ਲਿਮਿਟੇਸ਼ਨ ਹੈ ਹੈਂਡੀਕੈਪ ਬੇਸਡ, ਉਹਦੇ ਵਿੱਚ ਕੋਈ ਵੀ ਫਰਕ ਨਾ ਕੀਤਾ ਜਾਵੇ। ਹਰ ਕਿਸੇ ਨੂੰ ਇਕੁਅਲ ਓਪਰਚੁਨਿਟੀ ਦਾ ਮੌਕਾ ਮਿਲੇ, ਰਾਈਟ। ਇਹ ਇਹੋ ਜਿਹਾ ਦੇਸ਼ ਅਸੀਂ ਚਾਹੁੰਦੇ ਹਾਂ ਤੇ ਅਸੀਂ ਇਸ ਪਾਸੇ ਵੱਧਦੇ ਰਹਿਣਾ ਹਰ ਰੋਜ਼, ਬੈਟਰ ਬੈਟਰ ਬੈਟਰ। ਸਰਟਨ ਕੈਟੇਗਰੀਜ਼ 'ਚ ਆਪਾਂ ਜੋ ਇੱਕ ਗਲੋਬਲ ਨੋਰਮਸ ਨੇ, ਜਿਵੇਂ ਅੱਜ ਸਾਡੇ ਆਨਰੇਬਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਈ 2047 ਵੀ ਸ਼ੁੱਡ ਬੀ ਅ ਡਿਵੈਲਪਡ ਨੇਸ਼ਨ, ਤੇ ਮੈਨੂੰ ਲੱਗਦਾ ਅਸੀਂ ਅਚੀਵ ਕਰ ਸਕਦੇ ਹਾਂ। ਤੇ ਇਹ ਕੋਈ ਛੋਟਾ ਮੋਟਾ ਟਾਰਗੇਟ ਨਹੀਂ ਹੋਏਗਾ। ਤੇ ਭਾਰਤ ਲਈ ਡਿਵੈਲਪਡ ਨੇਸ਼ਨ ਦਾ ਮਤਲਬ ਬਾਕੀ ਸਾਰੇ ਦੇਸ਼ਾਂ ਤੋਂ ਵੱਖਰਾ ਹੋਣਾ ਚਾਹੀਦਾ। ਜੋ ਸਾਡੀ 5000 6000 7000 ਸਾਲ ਪੁਰਾਣੀ ਸੱਭਿਅਤਾ ਹੈ, ਇੱਕ ਸੈਕਿੰਡ, ਜੋ ਸਾਡੀ ਰਫਲੀ 7000 ਸਾਲ ਪੁਰਾਣੀ ਸੱਭਿਅਤਾ ਹੈ, ਉਸ ਕੰਟੈਕਸਟ 'ਚ ਸਾਨੂੰ ਡਿਵੈਲਪਡ ਹੋਣਾ ਹੈ। ਸਾਨੂੰ ਬੇਸਿਕਲੀ ਇਸ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਚਾਹੀਦੀ ਕਿ ਅਸੀਂ ਪੂਰੀ ਦੁਨੀਆ 'ਚ ਪੋਲਿਊਸ਼ਨ ਫੈਲਾ ਰਹੇ ਹਾਂ, ਕਲਾਈਮੈਟਿਕ ਡਿਸਟਰਕਸ਼ਨ ਲਿਆ ਰਹੇ ਹਾਂ। ਸਾਨੂੰ ਇਹੋ ਜਿਹੀ ਕੋਈ ਡਿਵੈਲਪਮੈਂਟ ਨਹੀਂ ਚਾਹੀਦੀ ਜਿਸੇ ਅਸੀਂ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਐਕਸਪਲੋਇਟ ਕਰਦੇ ਪਏ ਹਾਂ। ਸਾਨੂੰ ਉਹ ਡਿਵੈਲਪਮੈਂਟ ਚਾਹੀਦੀ ਆ ਜਿੱਥੇ ਸਾਡਾ ਸਕਸੈਸ ਬਾਕੀਆਂ ਲਈ ਵੀ ਸਕਸੈਸ ਹੈ, ਸਾਡੀ ਕੁਆਲਿਟੀ ਆਫ ਲਾਈਫ ਬਾਕੀਆਂ ਦੀ ਵੀ ਕੁਆਲਿਟੀ ਆਫ ਲਾਈਫ ਹੈ, ਸਾਡੀ ਗਰੋਥ ਕਿਸੇ ਦੀ ਐਕਸਪਲੋਇਟੇਸ਼ਨ ਤੇ ਨਾ ਆਵੇ, ਨਾ ਕਿਸੇ ਹੋਰ ਦੇਸ਼ ਦੇ ਬੰਦੇ ਤੇ, ਨਾ ਹੀ ਨੇਚਰ ਦੇ, ਨਾ ਹੀ ਕਿਸੇ ਹੋਰ ਸਪੀਸ਼ੀਜ਼ ਦੇ। ਅੱਜ ਜੋ ਡਿਵੈਲਪਮੈਂਟ ਸਾਡੀ ਦੁਨੀਆ 'ਚ ਹੋਈ, ਅੱਜ ਉਹਨੇ ਸਾਨੂੰ ਇੱਕ ਕਲਾਈਮੇਟ ਕ੍ਰਾਈਸਿਸ ਦੇ ਉੱਤੇ ਲਿਆ ਕੇ ਰੱਖਤਾ ਹੈ, ਜਿਹਨੇ ਪੂਰੀ ਦੀ ਪੂਰੀ ਮਨੁੱਖਤਾ ਨੂੰ ਖਤਰੇ 'ਚ ਪਾਇਆ ਹੋਇਆ ਹੈ। ਤੇ ਮੈਨੂੰ ਲੱਗਦਾ ਕਿ ਸਾਨੂੰ ਜਿਹੜੀ ਡਿਵੈਲਪਮੈਂਟ, ਜਿਹੜੀ ਡਿਵੈਲਪਡ ਨੇਸ਼ਨ ਦੀ ਥਿਊਰੀ ਜਿਹੜੀ ਸਾਡੀ ਹੋਏਗੀ, ਉਹ ਸਾਡੀ ਆਪਣੀ ਹੋਏਗੀ। ਉਹ ਜਿਹੜਾ ਇੱਕ ਹਿੰਦੁਸਤਾਨ, ਜੋ ਭਾਰਤ ਦੀ ਸੱਭਿਅਤਾ ਰਹੀ ਹੈ, ਉਹਦੇ ਕੰਟੈਕਸਟ 'ਚ ਹੋਏਗੀ। ਤੇ ਇੱਕ ਸਭ ਤੋਂ ਇੰਪੋਰਟੈਂਟ ਮੈਸੇਜ ਅੱਜ ਸਾਡਾ ਇਹ ਜਾਣਾ ਚਾਹੀਦਾ ਹੈ ਕਿ ਅਸੀਂ ਸਾਰੇ ਹਿੰਦੁਸਤਾਨੀ ਹਾਂ। ਸਾਡਾ ਧਰਮ, ਸਾਡੇ ਬਿਲੀਫਸ, ਸਾਡੇ ਟ੍ਰੈਡੀਸ਼ਨ, ਸਾਡਾ ਜੈਂਡਰ, ਸਾਡੇ ਸਕਿਨ ਦਾ ਕਲਰ, ਇਹ ਸਾਰਾ ਅਲੱਗ ਹੋ ਸਕਦਾ ਹੈ, ਪਰ ਜਿਹੜੀਆਂ ਸਾਡੀਆਂ ਕਾਮਨ ਚੀਜ਼ਾਂ ਨੇ ਉਹ ਬਹੁਤ ਸਟਰੋਂਗ ਨੇ। ਤੇ ਜਿਹੜੇ ਸਾਡੇ ਸੁਪਰਫਿਸ਼ੀਅਲ ਛੋਟੇ ਛੋਟੇ ਡਿਫਰੈਂਸਿਸ ਨੇ, ਉਸ ਪਾਸਿਓਂ ਧਿਆਨ ਸਾਨੂੰ ਹਟਾ ਕੇ ਜਿਹੜਾ ਡੀਪਲੀ ਸਾਡੇ ਵਿੱਚ ਕਾਮਨ ਵੈਲਿਊ ਸਿਸਟਮ ਹੈ, ਜੋ ਇਸ ਹਜ਼ਾਰਾਂ ਸਾਲ ਦੀ ਸੱਭਿਅਤਾ ਨੇ ਸਾਡੇ 'ਚ ਪਾਇਆ ਹੋਇਆ ਹੈ, ਉਸ ਪਾਸੇ ਸਾਨੂੰ ਉਸ ਚੀਜ਼ ਨੂੰ ਪਹਿਲਾਂ ਰੱਖਣਾ ਪਏਗਾ, ਰਾਈਟ। ਸਾਨੂੰ ਆਪਣੇ ਦੇਸ਼ ਨੂੰ, ਆਪਣੇ ਇਸ ਨੇਸ਼ਨ ਨੂੰ ਸਭ ਤੋਂ ਉੱਤੇ ਰੱਖਣਾ ਪਏਗਾ। ਤੇ ਅਸੀਂ ਯੂਨਿਟੀ ਨੂੰ ਕਿੰਨਾ ਕੁ ਕਾਇਮ ਕਰ ਸਕੇ ਹਾਂ ਸਰ ਅਜੇ ਤੱਕ? ਦੇਖੋ, ਯੂਨਿਟੀ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਦੇਸ਼ 'ਚ ਬੈਟਰ ਹੋ ਰਹੀ ਹੈ। ਜੇ ਕੋਈ ਕਵੇ ਕਿ ਯੂਨਿਟੀ ਖਰਾਬ ਹੋ ਰਹੀ ਹੈ, ਮੈਨੂੰ ਲੱਗਦਾ ਕਿ ਇਹ ਇੱਕ ਦੱਸੋ, ਸਾਡੀ ਯੂਨਿਟੀ ਤੇ ਬੜੇ ਕਈ ਸੌ ਸਾਲਾਂ ਤੋਂ ਅੰਗਰੇਜ਼ ਤੋੜਦੇ ਪਏ। ਉਹਨਾਂ ਨੇ ਹਰ ਧਰਮ ਦੇ ਵਿੱਚ ਫਰਕ ਪਾਏ ਕਿ ਬਈ ਇਸ ਧਰਮ ਦੇ ਵਿੱਚ ਇਹ ਕਾਸਟ ਹੈ, ਇਹ ਜਾਤੀਆਂ ਹੈ, ਭਾਵੇਂ ਉਹ ਹਿੰਦੂ ਧਰਮ ਹੋਵੇ, ਭਾਵੇਂ ਸਿੱਖ ਧਰਮ ਹੋਵੇ, ਭਾਵੇਂ ਉਹ ਇਸਲਾਮ ਹੋਵੇ। ਉਹਨਾਂ ਨੇ ਸਾਰਿਆਂ 'ਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ। ਦੈਟ ਇਜ਼ ਹਾਊ ਦੇ ਰੂਲਡ ਅਸ। ਅਸੀਂ ਹੌਲੀ ਹੌਲੀ, ਕਿਉਂਕਿ ਉਹ ਸਾਡੇ ਰੂਲਰ ਸਨ, ਉਹਨਾਂ ਨੇ ਸਾਡੇ ਵਿੱਚ ਇੱਕ ਇਨਫੀਰੀਅਰਿਟੀ ਕੰਪਲੈਕਸ ਪਾਇਆ ਕਿ ਜੋ ਵੈਸਟਰਨ ਆਈਡੀਓਲੋਜੀ ਆ, ਜਿਹਨੂੰ ਇੰਗਲਿਸ਼ ਬੋਲਣੀ ਆਉਂਦੀ, ਉਹ ਵੀ ਬੈਟਰ ਹੈ, ਅਸੀਂ ਉਹ ਵੀ ਅਸੈਪਟ ਕਰ ਲਿਆ, ਰਾਈਟ। ਸਾਡੇ ਵਿੱਚ ਉਹਨਾਂ ਨੇ ਪਾਰਟੀਸ਼ਨ, ਸਾਡਾ ਜਿਹੜਾ ਅਖੰਡ ਭਾਰਤ ਜਿਹਦੀ ਅਸੀਂ ਗੱਲ ਕਰਦੇ ਹਾਂ, ਉਹ ਕਿੱਥੋਂ ਤੱਕ ਸੀ? ਉਹ ਕੰਧਾਰ ਤੋਂ ਲੈ ਕੇ ਬਰਮਾ ਤੱਕ, ਕਿੱਥੋਂ ਤੱਕ ਨਹੀਂ ਸੀ, ਇੰਡੋਨੇਸ਼ੀਆ ਤੱਕ। ਇੱਕ ਕਲਚਰਲੀ ਯੂਨਾਈਟਿਡ ਸੀ। ਮੈਂ ਅੱਜ ਜੀਓਗ੍ਰਾਫਿਕਲੀ ਸੈਪਰੇਟਿਡ ਨੇ, ਪਰ ਕਲਚਰਲੀ ਯੂਨਾਈਟਿਡ ਸੀ। ਸਾਨੂੰ ਵੰਡਿਆ ਗਿਆ, ਬਿਲਕੁਲ। 1947 ਦੀ ਵੰਡ ਕੀ ਸੀ? ਐਫ ਆਈ ਸੀ। 1971 ਦੀ ਵੰਡ ਕੀ ਸੀ? ਐਫ ਆਈ ਸੀ ਕਿ ਬਈ ਸਾਨੂੰ ਜਿਹੜੇ ਕਲੋਨੀਅਲ
ਜਿਹੜੇ ਸਾਡੇ ਰੂਲਰ ਸੀ ਉਹਨਾਂ ਨੇ ਸਾਡੇ ਵਿੱਚ ਵਿਤਕਰੇ ਪਾਏ, ਜੀ। ਅਸੀਂ ਉਹ ਅਸੈਪਟ ਕਰ ਲਏ। ਪਰ ਜਦੋਂ ਆਪਾਂ ਆਜ਼ਾਦ ਹੋਏ, ਰਾਈਟ, ਤੇ ਸਪੈਸ਼ਲੀ ਮੈਂ ਜੇ ਇੰਡੀਆ ਦੀ ਗੱਲ ਕਰਾਂ, ਇੰਡੀਆ ਇੱਕ ਉਸ ਟਾਈਮ ਤੇ 1946 ਤੋਂ ਲੈ ਕੇ 56 ਤੱਕ ਬੜੇ ਦੇਸ਼ ਆਜ਼ਾਦ ਹੋਏ ਜੀ, ਪਰ ਇੰਡੀਆ ਇਕੱਲਾ ਕੰਟਰੀ ਹੈ ਜਿਹੜਾ ਟਰੂ ਡੈਮੋਕ੍ਰੇਸੀ ਬਣਿਆ, ਜੀ, ਜਿੱਥੇ ਲੋਕੀ ਅਲੱਗ ਹੋ ਕੇ ਵੀ ਇਕੱਠੇ ਰਹੇ, ਇੰਨੇ ਡਿਵਰਸ ਤੇ ਸਭ ਤੋਂ ਵੱਡਾ ਦੇਸ਼ ਹੁੰਦੇ ਹੋਏ ਵੀ ਇਕੱਠਾ ਰਿਹਾ, ਜਿਨਨੇ ਕਈ ਏਰੀਆਜ਼ ਦੇ ਵਿੱਚ ਮੱਲਾਂ ਵੀ ਮਾਰੀਆਂ। ਅੱਜ ਜੇ ਤੁਸੀਂ ਸਪੇਸ, ਟੈਕਨੋਲੋਜੀ, ਕੁਆਲਿਟੀ ਆਫ ਹਾਇਰ ਐਜੂਕੇਸ਼ਨ, ਕਿੰਨੇ ਲੋਕੀ ਮਿਡਲ ਕਲਾਸ ਲਿਆਂਦੇ, ਇੰਡੀਆ ਨੇ ਬਹੁਤ ਤਰੱਕੀ ਕੀਤੀ ਹੈ। ਬਿਲਕੁਲ ਸਰ, ਰਾਈਟ, ਮੋਰ ਔਰ ਲੈਸ ਪੀਸ ਤੇ ਕਮਿਊਨਲ ਹਾਰਮਨੀ ਰਹੀ ਆ। ਤੇ ਜਿਵੇਂ ਜਿਵੇਂ ਅਸੀਂ ਹੁਣ ਇੱਕ ਜਾਗਰੂਕਤਾ ਆ ਰਹੀ ਆ, ਸਾਡੇ ਦੇਸ਼ ਦੇ ਵਿੱਚ ਇੱਕ ਜਾਗਰੂਕਤਾ ਆ ਰਹੀ ਹੈ ਕਿ ਵੀ ਆਰ ਵਨ, ਜੀ, ਰਾਈਟ, ਵੀ ਆਰ ਪਾਰਟ ਆਫ ਦਿਸ ਗ੍ਰੇਟ ਨੇਸ਼ਨ। ਜੀ। ਤੇ ਜੇ ਅਸੀਂ ਸਾਨੂੰ ਆਪਣੇ ਡਿਫਰੈਂਸਸ ਤੇ ਨਹੀਂ, ਇੱਕ ਕਾਮਨ ਹੈਰੀਟੇਜ ਤੇ ਫੋਕਸ ਕਰਨ ਦੀ ਲੋੜ ਹੈ। ਜੀ। ਇਹਦੇ ਨਾਲ ਸਾਡੇ ਜਿਹੜੇ ਆਇਡੈਂਟੀਟੀ ਆ ਉਹ ਖਤਮ ਨਹੀਂ ਹੋਏਗੀ ਬਲਕਿ ਬਣੇਗੀ। ਬਿਲਕੁਲ। ਤੇ ਮੈਨੂੰ ਲੱਗਦਾ ਹੈ ਕਿ ਯੂਨਿਟੀ, ਹਾਂ ਆਫ ਕੋਰਸ ਇਸ ਵੇਲੇ ਜਿਹੜਾ ਇੱਕ ਵੈਸਟਰਨ ਨੈਰੇਟਿਵ ਸੀ, ਜਿਹੜਾ ਮੀਡੀਆ ਸੀ, ਜਿਹੜਾ ਉਹ ਸਾਨੂੰ ਇਸ ਵੇਲੇ ਵਰਗਲਾਉਣ ਦੀ ਕੋਸ਼ਿਸ਼ ਕਰਦਾ ਪਿਆ ਹੈ। ਜਿਹੜੀ ਇੱਕ ਨਵੀਂ ਹਵਾ ਚੱਲਦੀ ਹੈ ਸਾਡੀ, ਜਿਹਦੇ 'ਚ ਆਪਾਂ ਆਪਣੇ ਏਂਸ਼ੀਅੰਟ ਕਲਚਰ ਨੂੰ ਰਿਵਾਈਵ ਕਰਦੇ ਪਏ ਹਾਂ, ਇੰਡਿਕ ਕਲਚਰ ਨੂੰ ਰਿਵਾਈਵ ਕਰਦੇ ਪਏ ਹਾਂ, ਉਹਨਾਂ ਦਾ ਇੰਟਰਸਟ ਨਹੀਂ ਆ। ਦੁਨੀਆ ਦਾ ਇੰਟਰਸਟ ਇਹਦੇ 'ਚ ਕਿ ਅਸੀਂ ਆਪਸ 'ਚ ਵੰਡੇ ਰਹੀਏ, ਰਾਈਟ, ਅਸੀਂ ਉਹੋ ਜਿਹੀ ਗਰੋਥ ਨਾ ਲਿਆਈਏ ਤੇ ਅਸੀਂ ਆਪਣੀ ਜਿਹੜੀ ਫਿਲਾਸਫੀ ਹੈ, ਜਿਹੜਾ ਸਾਡਾ ਵੇ ਆਫ ਲਿਵਿੰਗ ਹੈ, ਉਹ ਸਬਸਰਵੀਐਂਟ ਰਵੇ ਵੈਸਟਰਨ ਆਈਡੀਓਲੋਜੀ ਨੂੰ। ਜੀ। ਪਰ ਮੈਨੂੰ ਲੱਗਦਾ ਹੈ ਕਿ ਉਹ ਚੇਂਜ ਆਣੀ ਸ਼ੁਰੂ ਹੋ ਗਈ ਆ, ਹੌਲੀ ਹੌਲੀ ਉਹ ਹੋਰ ਪੇਸ ਫੜੇਗੀ ਤੇ ਅਸੀਂ ਆਪਣੇ ਜਿਹੜੇ ਸਾਡੇ ਇੱਥੇ ਦੰਗੇ ਹੁੰਦੇ ਆਏ, ਜਿਹੜੇ ਡਿਫਰੈਂਸਿਸ, ਜਿਹੜੇ ਕਲੈਸ਼ ਆਉਂਦੇ ਰਹੇ, ਉਹ ਹੌਲੀ ਹੌਲੀ ਜਦੋਂ ਅਸੀਂ ਆਪਣੇ ਆਪ ਨੂੰ ਇੱਕ ਕਾਮਨ ਭਾਰਤੀ ਸੱਭਿਅਤਾ ਦਾ ਪਾਰਟ ਬਣਾ ਲਾਂਗੇ, ਉਹ ਹੌਲੀ ਹੌਲੀ ਘੱਟ ਹੀ ਹੋਣਗੇ। ਅੱਜ ਲੋਕੀ ਸ਼ਾਇਦ ਮੈਨੂੰ ਇੱਕ ਨਾਈਵ ਆਪਟਿਮਿਸਟਿਕ ਸਮਝਦੇ ਹੋਣ, ਪਰ ਮੈਨੂੰ ਲੱਗਦਾ ਕਿ ਇਹ ਹਵਾ ਚੱਲ ਗਈ ਆ ਤੇ ਇੱਕ ਸਾਈਕਲ ਹੁੰਦਾ ਹੈ। ਮੈਨੂੰ ਲੱਗਦਾ ਕਿ ਇੰਡੀਆ ਦੁਬਾਰਾ ਜਿਹੜੀ ਉਹ ਗਲੋਬਲ ਇਕਨੋਮਿਕ, ਨੌਲੇਜ ਤੇ ਟੈਕਨੋਲੋਜੀ ਸੁਪਰ ਪਾਵਰ ਤੇ ਸੈਂਟਰ ਦਾ ਹੱਬ ਬਣਨ ਜਾ ਰਿਹਾ ਹੈ। ਤੇ ਜਦੋਂ ਇੰਡੀਆ ਬਣੇਗਾ, ਟਰਸਟ ਮੀ, ਵਰਲਡ ਵਿਲ ਬੀ ਅ ਸੇਫਰ ਪਲੇਸ, ਬੈਟਰ ਪਲੇਸ ਫॉर एवरीवन, ਬਿਕੋਜ਼ ਸਾਡੇ ਕਲਚਰ 'ਚ, ਸਾਡੀ ਹਿਸਟਰੀ 'ਚ, ਸਾਡੇ ਅੰਦਰ ਦੇ DNA 'ਚ ਨਹੀਂ ਆ ਕਿ ਅਸੀਂ ਕਿਸੇ ਨੂੰ ਆਪਣੇ ਤੋਂ ਘੱਟ ਸਮਝੀਏ, ਅਸੀਂ ਉਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰੀਏ। ਇਹ ਸਾਰੀਆਂ ਚੀਜ਼ਾਂ ਸਾਡੇ 'ਚ ਪਾਈਆਂ ਗਈਆਂ। ਇੰਗਲਿਸ਼ ਬੋਲਣ ਵਾਲਾ ਇੰਗਲਿਸ਼ ਨਾ ਬੋਲਣ ਵਾਲੇ ਨੂੰ ਆਪਣੇ ਤੋਂ ਘੱਟ ਸਮਝਦਾ ਪਿਆ, ਇੱਕ ਜਾਤ ਦੂਜੀ ਜਾਤ ਨੂੰ। ਇਹ ਸਾਰੀਆਂ ਕੈਟੇਗਰੀਜ਼ ਵੈਸਟਰਨ ਸਾਡੇ ਰੂਲਰਸ ਨੇ ਸਾਡੇ ਵਿੱਚ ਪਾਈਆਂ ਨੇ। ਜੀ, ਠੀਕ ਹੈ ਨਾ। ਤੇ ਮੈਨੂੰ ਇਹ ਲੱਗਦਾ ਕਿ ਸਾਡੇ DNA 'ਚ ਇਹ ਨਹੀਂ ਆ। ਅਸੀਂ ਹਰ ਕਿਸੇ 'ਚ ਇਨਸਾਨ ਵੇਖਦੇ ਹਾਂ, ਰੱਬ ਵੇਖਦੇ ਹਾਂ। ਕਿਸੇ ਦਾ ਕੋਈ ਵੀ ਇਬਾਦਤ ਕਰਨ ਦਾ ਤਰੀਕਾ ਹੋਵੇ, ਰੱਬ ਨੂੰ ਅਰਦਾਸ ਕਰਨ ਦਾ ਤਰੀਕਾ ਹੋਵੇ, ਪੂਜਾ ਕਰਨ ਦਾ ਤਰੀਕਾ ਹੋਵੇ, ਸਾਨੂੰ ਲੱਗਦਾ ਕਿ ਇਹ ਚੰਗਾ ਕੰਮ ਹੀ ਕਰਦਾ ਪਿਆ। ਇਹ ਸਾਡੇ ਇੱਥੋਂ ਦੇ ਧਰਮਾਂ 'ਚ ਨਹੀਂ ਲਿਖਿਆ ਕਿ ਕੋਈ ਹੋਰ ਤਰੀਕੇ ਨਾਲ ਕਿ ਜੇ ਕੋਈ ਹੋਰ ਧਰਮ ਦਾ ਹੈ ਤੇ ਉਹ ਸ਼ਾਇਦ ਪੂਰਾ ਉਹਨੂੰ ਡੀਹਿਊਮਨਾਈਜ਼ ਨਹੀਂ ਕਰਦਾ। ਸਾਡਾ ਜਿਹੜਾ ਇੰਡੀਅਨ ਕਲਚਰ ਹੈ ਉਹ ਨਹੀਂ ਕਰਦਾ। ਨਾ ਹੀ ਉਹ ਇਹ ਕਹਿੰਦਾ ਕਿ ਬਈ ਕਿਸੇ ਨੂੰ ਐਕਸਪਲੋਇਟੇਸ਼ਨ ਕਰਕੇ ਤੁਸੀਂ ਆਪਣੇ ਦੇਸ਼ ਨੂੰ ਅਮੀਰ ਬਣਾਓ। ਰਾਈਟ। ਤੇ ਜੇ ਮੈਨੂੰ ਲੱਗਦਾ ਕਿ ਇੰਡੀਆ ਕੋ ਟੈਕਨੋਲੋਜੀ ਆਏਗੀ, ਰਿਸੋਰਸਿਸ ਆਣਗੀਆਂ, ਪਾਵਰ ਆਏਗੀ, ਇਟ ਵਿਲ ਬੀ ਬੈਸਟ ਫॉर ਦੀ ਮੋਸਟ ਆਫ ਦੀ ਵਰਲਡ। ਜੀ ਬਿਲਕੁਲ ਸਰ। ਤੇ ਇਨਫੈਕਟ ਨੇਚਰ ਆਲਸੋ। ਜੀ ਬਿਲਕੁਲ ਸਰ। ਸਰ ਤੁਸੀਂ ਹੁਣੇ ਗੱਲ ਕੀਤੀ ਸੀ 1947 ਦੀ ਵੰਡ ਦੀ, ਤੇ 47 ਦੀ ਵੰਡ 'ਚ ਭਾਰਤ ਨਾਲੋਂ ਵੱਖ ਹੋ ਕੇ ਪਾਕਿਸਤਾਨ ਬਣਿਆ ਤੇ ਪਾਕਿਸਤਾਨ ਨਾਲ ਸਾਡੇ ਕਈ ਕਨਫਲਿਕਟ ਚੱਲਦੇ ਰਹੇ ਆ। ਇੱਕ ਤਾਜ਼ਾ ਖਬਰ ਸਾਹਮਣੇ ਆਈ ਹੈ ਕਿ ਇੰਡੀਪੈਂਡੈਂਸ ਡੇ ਤੋਂ ਬਿਲਕੁਲ ਠੀਕ ਪਹਿਲਾਂ ਕੁਝ ਟੈਰਰਿਸਟ ਫੜੇ ਜਾਂਦੇ ਨੇ ਜਿਨ੍ਹਾਂ ਨੂੰ ਸਪੋਰਟ ਹੈ ISI ਪਾਕਿਸਤਾਨ ਦੀ, ਜੋ ਪੰਜਾਬ ਦੇ ਨੇ, ਜੋ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਵਸੇ ਹੋਏ ਨੇ, ਪੰਜਾਬੀ ਨੇ, ਪਰ ਉਹ ਵੀ ਪਲੈਨਿੰਗ ਕਰਦੇ ਨੇ ਕਿ ਪੰਜਾਬ ਦੇ ਵਿੱਚ ਉਹ ਅਟੈਕ ਕਰ ਸਕਦੇ ਆ। ਦੇਖੋ ਆਪਾਂ ਅੱਜ ਸਾਡਾ ਤੇ ਕੱਲ ਪਾਕਿਸਤਾਨ ਦਾ ਵੀ 75ਵਾਂ ਇੰਡੀਪੈਂਡੈਂਸ ਡੇ ਸੀ ਜੀ। ਹੁਣ ਮੈਂ ਗੱਲ ਕੀਤੀ ਕਿ ਇੰਡੀਆ ਇੱਕ ਯੂਨੀਕ ਪੋਜੀਸ਼ਨ 'ਚ ਸੀ ਜੀ। ਇਹ ਇੰਡੀਆ ਦਾ ਇੱਕ ਜਿਹੜੀ ਸੋਲ ਸੀ ਨਾ, ਉਹ ਇੰਡੀਆ 'ਚ ਹੀ ਰਹਿ ਗਈ। ਭਾਰਤ ਦੀ ਜਿਹੜਾ ਕਲਚਰ ਦੀ ਸੋਲ ਹੈ ਨਾ, ਉਹ ਇੰਡੀਆ 'ਚ ਹੀ ਰਹਿ ਗਈ। ਇਸੇ ਕਰਕੇ ਅਸੀਂ ਡੈਮੋਕ੍ਰੇਸੀ ਬਣੇ ਰਹੇ, ਅਸੀਂ ਅਲੱਗ-ਅਲੱਗ ਰਿਲੀਜਨ ਦੇ ਹੁੰਦੇ ਵੀ ਇਕੱਠੇ ਰਹਿ ਗਏ ਤੇ ਅਸੀਂ ਤਰੱਕੀ ਵੀ ਕਰਨੀ ਸ਼ੁਰੂ ਕਰਤੀ ਤੇ ਅੱਜ ਸੁਪਰ ਪਾਵਰ $3 ਟ੍ਰਿਲੀਅਨ ਦੀ ਇਕਨੋਮੀ ਬਣ ਗਈ ਹੈ। $3.5 ਟ੍ਰਿਲੀਅਨ ਰਫਲੀ ਮੰਨ ਲਓ, ਤੇ ਵੀ ਆਰ ਗੋਨਾ ਗਰੋ ਬਿਗਰ ਜੀ। ਪਰ ਤੁਸੀਂ ਪਾਕਿਸਤਾਨ ਵੇਖ ਲਓ, ਉੱਥੇ ਤੇ ਸੋ ਕਾਲਡ ਕਿਉਂਕਿ ਇੱਕੋ ਹੀ ਰਿਲੀਜਨ ਮੈਜੋਰਿਟੀ 'ਚ ਸੀ, ਹੈ ਨਾ, ਉਹਨਾਂ ਦੀ ਤੇ ਜ਼ਿਆਦਾ ਹਾਰਮਨੀ ਹੋਣੀ ਚਾਹੀਦੀ ਸੀ। ਅੱਜ ਉਹ ਇੱਕ ਦੂਜੇ ਦੇ ਉੱਤੇ ਕਿੰਨੇ ਬੰਬ ਸੁੱਟਦੇ ਪਏ ਨੇ। ਅੱਜ ਉੱਥੇ ਦੇਸ਼ ਇਨ ਆਲ ਪ੍ਰੋਬੇਬਿਲਿਟੀ ਟੁੱਟ ਹੀ ਜਾਏਗਾ। ਬਲੋਚਿਸਤਾਨ ਅਲੱਗ ਹੋ ਜਾਏਗਾ। ਨਾਰਥ ਵੈਸਟਰਨ ਫਰੰਟੀਅਰ ਪ੍ਰੋਵਿੰਸਸ ਆਲਰੇਡੀ ਉਹਨਾਂ ਦੇ ਉੱਤੇ ਪਾਕਿਸਤਾਨ ਗਵਰਨਮੈਂਟ ਦਾ ਰੂਲ ਹੋਰ ਡਿਲੂਟ ਹੋਈ ਜਾ ਰਿਹਾ। ਉਹ ਇੰਡੀਪੈਂਡੈਂਟ ਟ੍ਰਾਈਬਲ ਫਾਰਮ 'ਚ ਹੀ ਚੱਲਦੇ ਪਏ ਨੇ। ਰਾਈਟ। ਉੱਥੇ ਕੋਈ ਇੰਡਸਟਰੀ ਨਹੀਂ ਆ ਰਹੀ। ਉਹ ਚਾਈਨਾ ਦੇ ਡੈਟ ਟ੍ਰੈਪ 'ਚ ਨੇ। ਹਰ ਵਾਰੀ ਉਹਨਾਂ ਨੂੰ ਪੇਮੈਂਟਸ ਕਰਨ ਲਈ ਪੈਸੇ ਲੈਣੇ ਪੈਂਦੇ ਨੇ। ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਕੋਈ ਕੰਟਰੀ ਵਿੱਚ ਸਿਰਫ ਇੱਕ ਸੇਮ ਰਿਲੀਜਨ ਦੀ ਹੋਏਗੀ ਤੇ ਉਹਦੇ 'ਚ ਕੋਈ ਡਿਫਰੈਂਸ ਨਹੀਂ ਆਏਗਾ ਜੀ।
ਤੇ ਮੈਨੂੰ ਇਹ ਲੱਗਦਾ ਕਿ ਇਹ ਇੱਕ ਐਗਜ਼ਾਮਪਲ ਹੈ ਕਿ ਕਿਵੇਂ ਸਾਡੇ ਜਿਹੜਾ ਹੈਰੀਟੇਜ ਹੈ, ਸਾਡੇ ਕਲਚਰ ਨੇ ਇੰਡੀਆ ਨੂੰ ਇੱਕ ਸਹੀ ਪਾਥ ਤੇ ਪਾਈ ਰੱਖਿਆ ਡਿਸਪਾਈਟ ਲੋਟ ਆਫ ਡਿਫਿਕਲਟੀਜ਼, ਤੇ ਡਿਸਪਾਈਟ ਕਿ ਸਾਡੇ ਉੱਤੇ ਹਜੇ ਵੀ ਉਹ ਜਿਹੜਾ ਕਲੋਨੀਅਲ ਮਾਈਂਡਸੈਟ ਸੀ ਉਹ ਹੌਲੀ ਹੌਲੀ ਸਾਡਾ ਜਾ ਰਿਹਾ ਹੈ। ਉਹ ਸਾਡੀ ਪੁਰਖਾਂ ਦੀ ਹਜ਼ਾਰਾਂ ਸਾਲਾਂ ਦੀ ਜਿਹੜੀ ਤਪੱਸਿਆ ਸੀ, ਜਿਹੜੀ ਨੌਲੇਜ ਸੀ, ਉਹਨੇ ਸਾਡੇ DNA ਦੇ ਅੰਦਰ ਸੀ, ਉਹਨੇ ਸਾਨੂੰ ਮੈਂਟਲੀ ਸਟਰੋਂਗ ਰੱਖਿਆ। ਹੁਣ ਬੇਸਿਕਲੀ ਜਿਹੜੀ ਤੁਸੀਂ ਗੱਲ ਕੀਤੀ ਕਿ ਬਈ ਕੈਨੇਡਾ ਤੋਂ ਤੇ ਆਸਟ੍ਰੇਲੀਆ ਤੋਂ ਜਿਹੜੇ ਲੋਕੀ ਰੈਡੀਕਲਾਈਜ਼ ਹੁੰਦੇ ਨੇ ਤੇ ਉਹਨਾਂ ਨੂੰ ਪੰਜਾਬ 'ਚ ਭੇਜਿਆ ਜਾ ਰਿਹਾ ਹੈ ਟੂ ਕ੍ਰੀਏਟ ਅਨਰੈਸਟ ਇਨ ਪੰਜਾਬ। ਕੈਨੇਡਾ ਇੱਕ ਮੇਜਰ ਐਂਟੀ ਇੰਡੀਆ ਤੇ ਸਪੈਸ਼ਲੀ ਐਂਟੀ ਪੰਜਾਬ ਐਕਟੀਵਿਟੀ ਦਾ ਹੱਬ ਬਣਦਾ ਜਾ ਰਿਹਾ ਹੈ ਤੇ ਇਹ ਅਚਾਨਕ ਨਹੀਂ ਹੋ ਰਿਹਾ। ਕਿੰਨੇ ਹੀ ਪਾਕਿਸਤਾਨੀ ਰਿਟਾਇਰਡ ਜਨਰਲਸ, ਬਿਊਰੋਕਰੈਟਸ ਕੈਨੇਡਾ 'ਚ ਸੈਟਲ ਹੋ ਰਹੇ ਨੇ। ਦੇ ਆਰ ਇਨਵੋਲਵਡ ਇਨ ਦੀ ਡਰਗ ਟ੍ਰੇਡ ਫਰੋਮ ਅਫਗਾਨਿਸਤਾਨ ਐਂਡ ਪਾਕਿਸਤਾਨ ਐਂਡ ਇਨਟੂ US ਐਂਡ ਕੈਨੇਡਾ। ਉਹ ਸਾਰੇ ਸਮਗਲਰ ਨੇ, ਗੈਂਗਸਟਰਸ ਨੇ, ਕਰਪਟ ਆਦਮੀ ਨੇ ਤੇ ਉਹ ISI ਨਾਲ ਮਿਲ ਕੇ ਉੱਥੋਂ ਐਂਟੀ ਇੰਡੀਆ ਏਜੰਡਾ ਰਨ ਕਰ ਰਹੇ ਨੇ। ਸੋ ਬੇਸਿਕਲੀ ਜਿਹੜੇ ਉਹ ਪਹਿਲਾਂ ਐਸ ਜਨਰਲਸ ਜੌਬ 'ਚ ਕੰਮ ਕਰਦੇ ਪਏ ਸੀ ISI ਦੇ ਜਨਰਲ ਬਣ ਕੇ, ਹੁਣ ਐਸ ਕੰਸਲਟੈਂਟਸ ਉਹ ਤੋਂ ਕੈਨੇਡਾ ਤੋਂ ਕਰਦੇ ਪਏ ਨੇ ਤੇ ਇਹਦੇ ਵਿੱਚ ਉਹਨਾਂ ਦਾ ਪੈਸਾ ਬਣਦਾ ਪਿਆ। ਉਹ ਸਾਡੇ ਪੰਜਾਬੀ ਯੂਥ ਨੂੰ ਉੱਥੇ ਵਰਗਲਾ ਰਹੇ ਨੇ, ਉਹਨਾਂ ਨੂੰ ਐਂਟੀ ਸੋਸ਼ਲ ਐਕਟੀਵਿਟੀਜ਼ 'ਚ ਪਾ ਰਹੇ ਨੇ, ਜਿਹਦੇ ਕਾਰਨ ਸਾਡੇ ਦੇਸ਼ ਦਾ ਨਾਮ ਖਰਾਬ ਹੋ ਰਿਹਾ ਤੇ ਉਹਨਾਂ ਨੂੰ ਇਨਕਰੇਜ ਕਰ ਰਹੇ ਨੇ ਕਿ ਉਹ ਰੈਡੀਕਲਾਈਜ਼ ਹੋਣ, ਉਹ ਐਂਟੀ ਪੰਜਾਬ ਐਕਟੀਵਿਟੀਜ਼ 'ਚ ਪਾਰਟ ਕਰਨ ਤੇ ਸੈਪਰੇਟਿਸਟ ਐਕਟੀਵਿਟੀ ਇਨਵੋਲਵ ਹੋਣ। ਤੇ ਮੈਨੂੰ ਲੱਗਦਾ ਕਿ ਹੁਣ ਇੰਡੀਆ ਨੂੰ, ਸਿੰਸ ਇੰਡੀਆ ਇਜ਼ ਅਵੇਅਰ ਆਫ ਦਿਸ ਸਿਚੁਏਸ਼ਨ, ਇੱਕ ਆਰਟੀਕਲ ਵੀ ਆਇਆ ਸੀ ਬਹੁਤ ਵੱਡੀ ਗਲੋਬਲ ਮੈਗਜ਼ੀਨ ਦੇ ਵਿੱਚ ਕਿ ਬਈ ਥਰੂ ਕੈਨੇਡਾ ਪਾਕਿਸਤਾਨ ਦੇ ISI ਜਰਨਲ ਤੇ ਆਫੀਸਰਸ ਉੱਥੋਂ ਡਰਗ ਟ੍ਰੇਡ 'ਚ ਇਨਵੋਲਵ ਨੇ ਤੇ ਪੰਜਾਬ ਦੀ ਰੈਡੀਕਲਾਈਜੇਸ਼ਨ ਨੂੰ ਫੰਡ ਕਰ ਰਹੇ ਨੇ। ਤੇ ਮੈਨੂੰ ਲੱਗਦਾ ਕਿ ਨਾਓ ਗਵਰਨਮੈਂਟ ਆਫ ਇੰਡੀਆ ਸ਼ੁੱਡ ਟੇਕ ਇਟ ਅਪ। ਅਨਫੋਰਚੂਨੇਟਲੀ ਜਿਹੜੀ ਟਰੂਡੋ ਗਵਰਨਮੈਂਟ ਹੈ, ਦੇ ਲੈਕ ਦੀ ਵਿਜ਼ਨ, they don't understand the importance of India in the global geopolitics ਤੇ ਅਲਟੀਮੇਟਲੀ ਉਹਨਾਂ ਨੇ ਕੈਨੇਡਾ ਨਹੀਂ ਬਹੁਤ ਅਨਸੇਫ ਕਰਤਾ ਹੈ। ਹੁਣ ਉਹਨਾਂ ਨੇ ਵੀ ਥੋੜੇ ਕਰੈਕਟਿਵ ਐਕਸ਼ਨ ਲੈਣੇ ਸ਼ੁਰੂ ਕੀਤੇ ਨੇ, ਵੀਜ਼ਾ ਪ੍ਰੋਸੈਸ ਥੋੜਾ ਟਾਈਟ ਕੀਤਾ ਹੈ, ਪਰ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਇੰਡੀਅਨ ਗਵਰਨਮੈਂਟ ਨੂੰ ਬਹੁਤ ਸਟਰੋਂਗਲੀ ਕੈਨੇਡੀਅਨ ਗਵਰਨਮੈਂਟ ਤੇ ਪ੍ਰੈਸ਼ਰ ਪਾਉਣ ਦੀ ਲੋੜ ਹੈ ਕਿ ਉਹ ਆਪਣੀ ਧਰਤੀ ਦੇ ਉੱਤੇ ਕੋਈ ਵੀ ਐਂਟੀ ਪੰਜਾਬ ਤੇ ਐਂਟੀ ਇੰਡੀਆ ਐਕਟੀਵਿਟੀ ਨਾ ਹੋਣ ਦੇਣ। ਸਰ, ਇਹ ਤਾਂ ਉਹ ਐਕਟੀਵਿਟੀ ਰਹੀ ਜਿਹੜੀ ਪੰਜਾਬ ਦੇ ਵਿੱਚ ਸੈਲੀਬ੍ਰੇਸ਼ਨਸ ਨੂੰ ਰੋਕਣ ਦੀ ਕੋਸ਼ਿਸ਼ ਹੋਈ। ਦੂਜੀ ਗੱਲ ਇਹ ਕਿ ਪੰਜਾਬ ਦੇ ਵਿੱਚ ਸੈਲੀਬ੍ਰੇਸ਼ਨਸ ਫਿਰ ਵੀ ਹੋਈਆਂ। CM ਸਾਹਿਬ ਨੇ ਮੈਸੇਜ ਦਿੱਤਾ ਪੂਰੇ ਪੰਜਾਬ ਨੂੰ, ਉਹਨਾਂ ਨੇ ਪੰਜਾਬ ਨੂੰ ਜਿਹੜੇ ਸੁਪਨੇ ਦਿਖਾਏ ਹੈ ਉਹਨਾਂ ਨੂੰ ਪੂਰੇ ਕਰਨ ਦਾ ਵਾਅਦਾ ਕੀਤਾ ਤੇ ਵੱਖ-ਵੱਖ ਮੰਤਰੀਆਂ ਨੇ ਵੱਖੋ-ਵੱਖ ਥਾਵਾਂ ਤੇ ਜਾ ਕੇ ਉਸੇ ਉਤਸ਼ਾਹ ਦੇ ਨਾਲ, ਕਿਉਂਕਿ ਪੰਜਾਬ ਦੀ ਜਿਹੜੀ ਇਹ ਸਰਕਾਰ ਹੈ, ਨਵੀਂ ਸਰਕਾਰ ਦਾ ਇਹਨਾਂ ਦਾ ਵੀ ਪਹਿਲਾ ਵੱਡਾ ਇਵੈਂਟ ਸੀ ਔਰ ਦੇਸ਼ ਦਾ 75ਵਾਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਸੀ ਤੇ ਆਮ ਆਦਮੀ ਪਾਰਟੀ ਨੇ ਵੀ ਉਸੇ ਜੋਸ਼ ਦੇ ਨਾਲ, ਨੈਸ਼ਨਲਿਸਟ ਵਿਊ ਦੇ ਨਾਲ ਪੰਜਾਬ ਨੂੰ ਭਾਰਤ ਦੇ ਨਾਲ ਹੋਰ ਤਰੱਕੀ ਕਰਨ ਦਾ ਵਾਅਦਾ ਕੀਤਾ। ਦੇਖੋ, ਇਹ ਇਟਸ ਵੈਰੀ ਫੋਰਚੂਨੇਟ ਤੇ ਬੜਾ ਵਧੀਆ ਮੈਸੇਜ ਉਹਨਾਂ ਨੇ ਦਿੱਤਾ ਕਿ ਪੰਜਾਬ ਇਜ਼ ਥਰੂ ਇੰਡੀਆ। ਇੰਡੀਆ ਤੇ ਪੰਜਾਬ 'ਚ ਕੋਈ ਫਰਕ ਨਹੀਂ ਆ। ਉਹਨਾਂ ਨੇ 75 ਮੁਹੱਲਾ ਕਲੀਨਿਕ ਸਾਡੇ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੇ, ਅੱਜ ਓਪਨ ਕੀਤੇ ਆਫੀਸ਼ੀਅਲੀ। ਤੇ ਮੈਨੂੰ ਇਹ ਲੱਗਦਾ ਕਿ ਬਈ ਇਹ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ ਫਰੋਮ ਦੀ ਹੈਲਥ ਪਰਸਪੈਕਟਿਵ। ਹਜੇ ਤੱਕ ਸਾਡੇ ਲੋਕੀ ਸਰਕਾਰੀ ਹਸਪੀਟਲ ਕਲੀਨਿਕਸ 'ਚ ਜਾਣ ਤੋਂ ਡਰਦੇ ਆਏ ਨੇ। ਜਿਹੋ ਜਿਹਾ ਐਕਸਪੀਰੀਅੰਸ ਉਹਨਾਂ ਨੂੰ ਮਿਲਦਾ ਆਇਆ ਹੈ, ਕਰਪਸ਼ਨ ਤੇ ਮਤਲਬ ਕਿ ਤੁਹਾਨੂੰ ਫੈਸਿਲਿਟੀ ਨਹੀਂ ਮਿਲੇਗੀ, ਡਾਕਟਰ ਉੱਥੇ ਨਹੀਂ ਅਵੇਲੇਬਲ ਹੋਏਗਾ, ਅਸੀਂ ਇਹਨੂੰ ਸੱਚ ਹੀ ਮੰਨ ਕੇ ਆਏ ਸੀ ਕਿ ਬਈ ਇਹ ਕੋਈ ਫੈਕਟ ਹੈ, ਜੇ ਮਿਲ ਜੇ ਤਾਂ ਤੁਹਾਡੀ ਕਿਸਮਤ ਚੰਗੀ ਹੈ। ਜਿਹੜੇ ਬਹੁਤ ਹੀ ਗਰੀਬ ਵਰਗ ਹੈ, ਜਿਹੜਾ ਮਜਬੂਰ ਹੈ, ਸਿਰਫ ਉਹ ਹੀ ਜਾਂਦਾ ਸੀ। ਮੈਨੂੰ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦਾ ਹੈ ਫੋਕਸ ਹੈਗਾ ਕਿ ਬੇਸਿਕ ਜਿਹੜੀਆਂ ਨੀਡਸ ਨੇ, ਜਿਹੜੀ ਹੈਲਥ ਹੈ, ਐਜੂਕੇਸ਼ਨ ਹੈ, ਉਹਨੂੰ ਕੁਆਲੀਟੇਟਿਵ ਕੀਤਾ ਜਾਵੇ। ਇਹ ਇੱਕ ਬਹੁਤ ਹੀ ਇੰਪੋਰਟੈਂਟ ਤੇ ਬੇਸਿਕ ਨੀਡ ਹੈ ਜੇ ਪੰਜਾਬ ਦੇ ਪੋਟੈਂਸ਼ੀਅਲ ਨੂੰ ਤੁਸੀਂ ਐਕਸਪਲੋਰ ਕਰਨਾ ਹੈ। ਜੇ ਸਾਡੇ ਗਰੀਬ ਲੋਕੀ ਬਿਮਾਰ ਹੋਣ ਕੇ ਕੰਮ ਤੋਂ ਹਟਦੇ ਰਹਿਣਗੇ, ਉਹ ਡੈਟ ਟ੍ਰੈਪ 'ਚ ਫਸਣਗੇ, ਰਾਈਟ। ਜੇ ਉਹਨਾਂ ਨੂੰ ਸਹੀ ਸਹੂਲਤਾਂ ਸਹੀ ਟਾਈਮ ਤੇ ਨਹੀਂ ਮਿਲਣਗੀਆਂ, ਉੱਤੇ ਉਹ ਆਪਣੇ ਆਪ ਹੀ ਉਹ ਪ੍ਰੋਬਲਮ 'ਚ ਆਉਣਗੇ। ਤੇ ਮੈਨੂੰ ਲੱਗਦਾ ਕਿ ਉਹ ਜਿਹੜੀ ਤਰੱਕੀ ਦਾ ਪਾਥ ਜਿਹੜੀ ਪੂਰੀ ਸੁਸਾਇਟੀ ਸਾਡੀ ਲੈ ਰਹੀ ਹੈ, ਉਸ ਤਰੱਕੀ ਨੂੰ ਉਹ ਮਿਸ ਕਰ ਜਾਣਗੇ। ਤੇ ਮੈਨੂੰ ਲੱਗਦਾ ਕਿ ਜੇ ਅਸੀਂ ਆਪਣੇ ਸਾਰੇ ਓਵਰਆਲ ਗਰੀਬ ਤਬਕੇ ਨੂੰ ਵੀ ਇਕੁਅਲ ਓਪਰਚੁਨਿਟੀ ਦੇਣੀ ਆ ਤੇ ਸਾਨੂੰ ਇਨਸ਼ੋਰ ਕਰਨਾ ਪਏਗਾ ਕਿ ਉਹਨਾਂ ਦੀ ਸਿਹਤ ਚੰਗੀ ਹੋਵੇ, ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਸਰਕਾਰੀ ਸਕੂਲਾਂ 'ਚ ਮਿਲੇ। ਤਾਂ ਤੁਸੀਂ ਉਹਨਾਂ ਨੂੰ ਬਰਾਬਰੀ ਦਾ ਮੌਕਾ ਦੇ ਰਹੇ ਹੋ, ਨਹੀਂ ਤਾਂ ਉਹਨਾਂ ਦਾ ਇੱਕ ਡਿਸਐਡਵਾਂਟੇਜ ਰਹਿੰਦਾ ਹੈ। ਤੁਸੀਂ ਉਹਨਾਂ ਨੂੰ ਫ੍ਰੀ ਬੀਜ਼ ਦੇਈ ਜਾਓ, ਕੁਝ ਰਿਜ਼ਰਵੇਸ਼ਨ ਦੇਈ ਜਾਓ, ਕੁਝ ਪੈਨਸ਼ਨ ਦੇਈ ਜਾਓ, ਯੂ ਆਰ ਜਸਟ ਗਿਵਿੰਗ them ਫਿਸ਼। ਤੁਹਾਨੂੰ ਉਹਨਾਂ ਨੂੰ ਫਿਸ਼ਿੰਗ ਸਿਖਾਉਣ ਦੀ ਲੋੜ ਹੈ ਤਾਂ ਕਿ ਉਹ ਆਪਣਾ ਲਾਈਵਲੀਹੁੱਡ ਆਪਣੇ ਦਮ ਤੇ ਆਪਣੀ ਸੈਲਫ ਰਿਸਪੈਕਟ ਨਾਲ ਬਣਾ ਪਾਉਣ। ਤੁਸੀਂ ਉਹਨਾਂ ਨੂੰ ਕਾਬਿਲ ਬਣਾਓ। ਤੁਸੀਂ ਉਹਨਾਂ ਨੂੰ ਸਿਰਫ ਸਰਟਨ
ਫ੍ਰੀ ਬੀਜ਼ ਨਾ ਦਿਓ, ਇੱਕ ਫ੍ਰੀ ਬਿਜਲੀ ਦੇ ਕੇ ਤੁਸੀਂ ਕਿਸੇ ਨੂੰ ਗਰੀਬੀ ਚੋਂ ਨਹੀਂ ਕੱਢ ਸਕਦੇ ਜੀ, ਪਰ ਕੁਆਲਿਟੀ ਐਜੂਕੇਸ਼ਨ ਦੇ ਕੇ, ਉਹਦੀ ਸਿਹਤ ਨੂੰ ਸੁਧਾਰ ਕੇ ਤੁਸੀਂ ਉਹਨੂੰ ਗਰੀਬੀ ਚੋਂ ਉਹਨੂੰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾ ਸਕਦੇ ਹੋ। ਜੇ ਅਸੀਂ ਆਪਣੇ ਪੰਜਾਬ ਦੀ ਸਟੇਟ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ ਹੈ ਤਾਂ ਸਾਨੂੰ ਇਹ ਕਲਚਰ ਬਣਾਉਣਾ ਪਏਗਾ ਕਿ ਬਈ ਸਰਟਨ ਰਿਸਕ ਜਿਹੜਾ ਇੱਕ ਗਰੀਬ ਤਬਕਾ, ਜੀ, ਮੈਨੂੰ ਨਹੀਂ ਫਰਕ ਪੈਂਦਾ ਕਿ ਉਹ ਕਿਹੜੀ ਕੈਟੇਗਰੀ 'ਚ ਆਉਂਦਾ ਹੈ, ਕੋਈ ਵੀ ਗਰੀਬ ਜਿਹਨੂੰ ਸਰਟਨ ਡਿਸਐਡਵਾਂਟੇਜ ਹੈ, ਇੱਕ ਵਧੀਆ ਸੁਸਾਇਟੀ ਉਹ ਹੀ ਹੁੰਦੀ ਹੈ ਕਿ ਜਿਹੜੀ ਡਿਸਐਡਵਾਂਟੇਜ ਤਬਕੇ ਨੂੰ ਸਪੋਰਟ ਕਰੇ, ਇੰਸ਼ੋਰੈਂਸ ਦੇਵੇ ਕਿ ਉਹ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਉੱਤੇ ਉੱਠ ਪਾਉਣ, ਉਹਨਾਂ ਨੂੰ ਉਹ ਮੌਕੇ ਮਿਲਣ। ਉਹਨਾਂ ਦੇ ਰਿਸਕ ਹੀ ਹੁੰਦੇ ਨੇ ਫਾਈਨੈਂਸ਼ੀਅਲ ਰਿਸਕ ਕਿਸ ਤਰ੍ਹਾਂ ਦੇ ਹੁੰਦੇ ਨੇ ਕਿ ਬਈ ਮੈਂ ਦਿਹਾੜੀਦਾਰ ਮਜ਼ਦੂਰ ਹਾਂ ਜਾਂ ਮੈਂ ਕੋਈ ਛੋਟੀ ਜਿਹੀ ਨੌਕਰੀ ਕਰਦਾ, ਮੈਂ 5 ਦਿਨ ਬਿਮਾਰ ਹੋ ਗਿਆ ਤੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ ਤੇ ਮੈਨੂੰ ਦੁਬਾਰਾ ਆਸਾਨੀ ਨਾਲ ਨੌਕਰੀ ਨਹੀਂ ਮਿਲਣੀ ਜੀ। ਉਸ ਤੇ ਚੀਜ਼ ਦੇ ਅਗੇਂਸਟ ਇੰਸ਼ੋਰੈਂਸ, ਮੇਰਾ ਸਹੀ ਫ੍ਰੀ ਇਲਾਜ ਹੋਵੇ, ਸਹੀ ਕੁਆਲਿਟੀ ਦਾ ਇਲਾਜ ਹੋਵੇ, ਰਾਈਟ, ਮੈਨੂੰ ਕੋਈ ਬੇਵਕੂਫ ਨਾ ਬਣਾਵੇ। ਫਿਰ ਮੇਰੇ ਬੱਚਿਆਂ ਦੀ ਪੜ੍ਹਾਈ, ਮੈਂ ਬੈਸਟ ਸਕੂਲ ਦੀ ਫੀਸ ਨਹੀਂ ਅਫੋਰਡ ਕਰ ਸਕਦਾ, ਪਰ ਸਰਕਾਰੀ ਸਕੂਲਾਂ 'ਚ ਬੈਸਟ ਟੀਚਰ, ਹਾਈਐਸਟ ਸੈਲਰੀ ਵਾਲੇ ਟੀਚਰ ਆਉਂਦੇ ਨੇ। ਸਰਕਾਰ ਦਾ ਕੰਮ ਹੈ ਇੰਸ਼ੋਰ ਕਰਨ ਕਿ ਉਹ ਬੈਸਟ ਪੜ੍ਹਾਈ ਦੇਣ, ਬੱਚਿਆਂ ਨੂੰ ਬੈਸਟ ਬੁੱਕਸ ਦੇਣ। ਉਹਨਾਂ ਨੂੰ ਰਿਜ਼ਰਵੇਸ਼ਨ ਦੀ ਲੋੜ ਨਹੀਂ ਹੈ, ਉਹਨਾਂ ਨੂੰ ਕਾਬਲੀਅਤ ਬਣਾਉਣ ਦੀ ਲੋੜ ਹੈ। ਫਿਰ ਉਸ ਕਾਬਲੀਅਤ ਦੇ ਬੇਸਿਸ ਤੇ ਇਨਫ ਇਕਨੋਮਿਕ ਇਨਵਾਇਰਨਮੈਂਟ ਹੋਵੇ, ਸੇਫਟੀ ਹੋਵੇ, ਓਪਰਚੁਨਿਟੀਜ਼ ਹੋਣ ਸਾਡੇ ਪੰਜਾਬ ਦੇ ਲੋਕਾਂ ਲਈ। ਜਿਹੜੀਆਂ ਕੁਰੀਤੀਆਂ ਨੇ, ਨਸ਼ਾ, ਵਾਇਲੈਂਸ, ਰਾਈਟ, ਉਹ ਸਾਰੀਆਂ ਪੰਜਾਬ 'ਚ ਨਾ ਹੋਣ। ਆਪਾਂ ਇੱਕ ਬਾਰਡਰ ਸਟੇਟ ਤੇ ਸਰਟਨ ਰਿਸਕ ਤੇ ਸਾਨੂੰ ਪੂਰੇ ਇੰਡੀਆ, ਭਾਰਤ ਸਰਕਾਰ ਨੂੰ ਵੀ ਸਾਨੂੰ ਸਪੋਰਟ ਕਰਨ ਦੀ ਲੋੜ ਹੈ ਕਿ ਸਾਡੇ ਬਾਰਡਰਸ ਨੂੰ ਬਿਲਕੁਲ ਨੌਨ ਪੋਰਸ ਬਣਾਇਆ ਜਾਵੇ। ਸਾਡੇ ਇੱਥੇ ਹਥਿਆਰ ਤੇ ਜਿਹੜੇ ਨਸ਼ੇ ਨੇ, ਇਹਨਾਂ ਦੀ ਤਸਕਰੀ ਨੂੰ ਬਿਲਕੁਲ ਬੰਦ ਕੀਤਾ ਜਾਵੇ ਤਾਂ ਕਿ ਸਾਡਾ ਯੂਥ ਤੇ ਸਿਰਫ ਬਾਹਰੋਂ ਨਹੀਂ, ਹੋਰ ਵੀ ਨਸ਼ੇ ਤੋਂ ਦੂਰ ਰਵੇ। ਉਹਦੇ ਲਈ ਉਹਨਾਂ ਲਈ ਜੇ ਕੁਆਲਿਟੀ ਐਜੂਕੇਸ਼ਨ ਹੋਏਗੀ, ਕੁਆਲਿਟੀ ਐਜੂਕੇਸ਼ਨ ਮਤਲਬ ਸਿਰਫ ਪੜ੍ਹਾਈ ਨਹੀਂ, ਉਹਨਾਂ ਨੂੰ ਚੰਗੀ ਸਿਹਤ ਦੇ ਬਾਰੇ ਦੱਸਿਆ ਜਾਵੇ, ਉਹਨਾਂ ਦੀ ਓਵਰਆਲ ਵੈਲਿਊ ਬੇਸਡ ਐਜੂਕੇਸ਼ਨ ਦਿੱਤੀ ਜਾਵੇ। ਹਾਈਅਰ ਕੁਆਲਿਟੀ ਐਜੂਕੇਸ਼ਨ ਇਸ ਲੈਵਲ ਦੀ ਹੋਵੇ, ਸਾਰੇ ਸਿਫਾਰਸ਼ੀ ਨਾ ਭਰਤੀ ਹੋਣ। ਹਰ ਰੋਜ਼ ਆਪਾਂ ਪੜ੍ਹਦੇ ਪਏ ਹਾਂ ਕਿ 2013, 2014, 2015 'ਚ ਕੋਈ ਨਾ ਕੋਈ ਕਰਪਸ਼ਨ ਹੋਈ ਵੀ ਐਜੂਕੇਸ਼ਨਲ ਇੰਸਟੀਚਿਊਟ 'ਚ। ਬੱਚਿਆਂ ਦੀਆਂ ਕਿਤਾਬਾਂ ਹੀ ਨਹੀਂ ਪਹੁੰਚੀਆਂ, ਟੀਚਰਾਂ ਨੂੰ 10 ਕੰਮ 'ਚ ਹੋਰ ਲਾਤਾ, ਬੈਸਟ ਟੀਚਰ ਨਹੀਂ ਸਿਲੈਕਟ ਕੀਤੇ ਗਏ। ਇਹ ਸਾਰੀਆਂ ਕਰਪਸ਼ਨਸ ਨੂੰ ਬੰਦ ਕਰਨ ਦੀ ਲੋੜ ਹੈ। ਇਹ ਵੀ ਉਮੀਦ ਹੈ ਇਸ ਵੇਲੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ, ਤੇ ਆਪਾਂ ਬੇਸਿਕਲੀ ਸਾਨੂੰ ਇਹ ਉਮੀਦ ਰੱਖਣੀ ਵੀ ਚਾਹੀਦੀ ਹੈ। ਪੰਜਾਬ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਹੈ, ਉਹਨਾਂ 'ਤੇ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ, ਤੇ ਜੇ ਆਮ ਆਦਮੀ ਪਾਰਟੀ ਸਰਕਾਰ ਨੂੰ ਆਪਣੇ ਆਪ ਨੂੰ ਇੱਕ ਨੈਸ਼ਨਲ ਫੋਰਸ ਵਾਂਗੂ ਲੈ ਕੇ ਆਉਣਾ ਹੈ, ਪੰਜਾਬ ਉਹਨਾਂ ਲਈ ਇੱਕ ਗੋਲਡਨ ਓਪਰਚੁਨਿਟੀ ਆ। ਇੱਥੇ ਪੂਰੀ ਇਮਾਨਦਾਰੀ ਦੇ ਨਾਲ ਜੇ ਉਹ ਕੰਮ ਕਰਨਗੇ, ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੂੰ ਕੋਈ ਰੋਕ ਨਹੀਂ ਪਾਏਗਾ ਜੀ। ਤੇ ਇਹਦੇ ਨਾਲ ਕੀ ਹੋਏਗਾ, ਸਾਡਾ ਜਿਹੜਾ ਕੰਪੀਟੀਸ਼ਨ ਹੈ ਪੋਲਿਟਿਕਸ ਦਾ ਵੀ, ਉਹ ਵੀ ਪੋਜ਼ਿਟਿਵ ਹੋਏਗਾ ਜੀ। ਦੇਖੋ ਮੈਂ ਕਿਉਂ ਇਸ ਚੀਜ਼ ਦੀ ਉਮੀਦ ਕਰਦਾ, ਕਿਉਂਕਿ ਅੱਜ ਸੈਂਟਰ 'ਚ ਤੇ ਉਹ ਗਵਰਨਮੈਂਟ ਹੈ ਜਿਹੜੀ ਨੈਸ਼ਨਲ ਇੰਟੀਗ੍ਰੇਸ਼ਨ ਤੇ ਦੇਸ਼ ਭਗਤੀ ਦੀ ਗੱਲ ਕਰਦੀ ਪਈ ਹੈ, ਕਰਪਸ਼ਨ ਫ੍ਰੀ ਦੀ, ਪਰਿਵਾਰਵਾਦ ਤੋਂ ਦੂਰ ਜਾਣ ਦੀ ਗੱਲ ਕਰਦੀ ਪਈ ਹੈ। ਦੂਜੇ ਪਾਸੇ ਮੈਨੂੰ ਲੱਗਦਾ ਅਗਲੇ ਸਾਲ ਤੱਕ ਸਿਰਫ ਆਮ ਆਦਮੀ ਪਾਰਟੀ ਇਹੋ ਜਿਹੀ ਪਾਰਟੀ ਹੋਏਗੀ ਜਿਹੜੀ 2 ਸਟੇਟ ਸਰਕਾਰ ਹੋਏਗੀ ਜੀ। ਉਹ ਵੀ ਇਹੋ ਹੀ ਨੈਸ਼ਨਲਿਸਟ, ਰਾਈਟ, ਦੇਸ਼ ਨੂੰ ਅੱਗੇ ਲੈ ਜਾਣ, ਕਰਪਸ਼ਨ ਫ੍ਰੀ, ਭਾਈ ਭਤੀਜਾਵਾਦ, ਇਹਨਾਂ ਸਾਰਿਆਂ ਤੋਂ ਦੂਰ ਜਾਣ ਦੀ ਗੱਲ ਕਰਦੀ ਪਈ ਹੈ। ਤੇ ਇਹਦਾ ਮਤਲਬ ਟਾਈਮ ਆ ਗਿਆ ਹਿੰਦੁਸਤਾਨ ਦਾ। ਇੰਡੀਆ ਦੀ ਜਿਹੜੀ ਵੀ ਪਾਰਟੀ, ਭਾਵੇਂ ਸੈਂਟਰ 'ਚ ਪਾਵਰ 'ਚ ਹੈ, ਭਾਵੇਂ ਪੰਜਾਬ 'ਚ ਪਾਵਰ ਹੈ, ਮੋਰ ਔਰ ਲੈਸ ਉਹ ਸੇਮ ਗੱਲ ਕਰਦੇ ਪਏ। ਪੋਲੀਟੀਕਲ ਡਿਫਰੈਂਸ, ਕੁਛ ਨਾ ਕੁਛ ਡਿਫਰੈਂਸ ਤੇ ਲੱਭ ਕੇ ਉਹਨਾਂ ਨੇ ਇੱਕ ਦੂਜੇ ਨੂੰ ਅਟੈਕ ਕਰਨਾ ਹੀ ਆ, ਪਰ ਐਟ ਦੀ ਐਂਡ ਆਫ ਦੀ ਡੇ ਐਵਰੀਵਨ ਰਿਅਲਾਈਜ਼ ਕਰਪਸ਼ਨ ਦੂਰ ਕਰਨ ਦੀ ਲੋੜ ਹੈ। ਸਾਡੇ ਦੇਸ਼ ਦੇ ਲੋਕਾਂ ਨੂੰ ਜੋੜਨ ਦੀ ਲੋੜ ਹੈ, ਇੱਕ ਨੈਸ਼ਨਲਿਸਟ ਵਿਊ ਰੱਖਣ ਦੀ ਲੋੜ ਹੈ। ਜੇ ਅਸੀਂ ਬੇਸਿਕਲੀ ਜੋ ਸਿਮਰਨਜੀਤ ਸਿੰਘ ਮਾਨ ਵਰਗੇ ਜਿਹੜੇ ਸੈਲਫਿਸ਼ ਪੋਲੀਟੀਸ਼ੀਅਨ ਨੇ, ਜਿਹੜੇ ਹਮੇਸ਼ਾ ਸਾਡੇ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰਦੇ ਆਏ ਨੇ, ਇਲੌਜੀਕਲ ਜਿਹੜੇ ਬੇਸਿਕਲੀ ਆਰਗੂਮੈਂਟਸ ਦਿੰਦੇ ਆਏ ਨੇ ਕਿ ਕਿਉਂ ਪੰਜਾਬ ਨੂੰ ਵੱਖਰਾ ਕਰ ਦੇਣ ਦੀ ਲੋੜ ਹੈ, ਰਾਈਟ, ਜੋ ਵੀ ਉਹਨਾਂ ਦੀਆਂ ਮਤਲਬ ਕਿ ਆਫ ਕੋਰਸ ਦੇ ਡੋਂਟ ਹੋਲਡ ਐਨੀ, ਮਤਲਬ ਕੋਈ ਲੌਜਿਕ ਨਹੀਂ ਹੈ ਉਹਦਾ, ਪਰ ਉਹ ਆਪਣੀ ਦੁਕਾਨਦਾਰੀ ਕਰਦੇ ਪਏ ਨੇ ਜੀ। ਅੱਜ ਸਾਨੂੰ ਪੋਲੀਟੀਸ਼ੀਅਨਸ ਦੀ ਲੋੜ ਹੈ ਜਿਹੜੇ ਨੇਸ਼ਨ ਬਿਲਡਿੰਗ ਦੀ, ਸਾਡੀ ਹੈਰੀਟੇਜ ਦੀ, ਬੱਚਿਆਂ ਦੀ ਕੁਆਲਿਟੀ ਐਜੂਕੇਸ਼ਨ ਦੀ, ਹਰ ਕਿਸੇ ਦੀ ਸਿਹਤ ਦੀ ਗੱਲ ਕਰਨ ਜੀ। ਤੇ ਮੈਨੂੰ ਲੱਗਦਾ ਕਿ ਤਾਂ ਆਪਾਂ ਪੰਜਾਬ ਵੀ, ਮੈਨੂੰ ਭਾਰਤ ਤੇ ਪੰਜਾਬ ਦੇ ਫਿਊਚਰ ਤੇ ਕੋਈ ਸ਼ੱਕ ਨਹੀਂ ਆ ਜੀ। ਵੱਧ ਤੋਂ ਵੱਧ ਕੀ ਹੋ ਸਕਦਾ, ਕੁਛ ਨਲਾਇਕ ਲੀਡਰ ਇਸ ਪ੍ਰੋਗਰੈਸ ਨੂੰ ਸਲੋ ਕਰ ਸਕਦੇ ਨੇ ਜੀ, ਪਰ ਅੱਜ ਹਰ ਇੰਡੀਅਨ ਜਾਗ ਗਿਆ ਹੈ, ਉਹਨੇ ਆਪਣੀ ਉਹ ਹੈਰੀਟੇਜ ਪਛਾਣ ਲਈ ਆ। ਹੁਣ ਸਾਨੂੰ ਵੀ, ਪੰਜਾਬੀਆਂ ਨੂੰ ਵੀ ਜੀ, ਹੁਣ ਸਾਨੂੰ ਵੀ ਸ਼ੁੱਡ ਨਾਟ ਲੁੱਕ ਓਨਲੀ ਐਟ ਕਿ ਬਈ ਸਾਡੇ ਰਾਈਟਸ ਕੀ ਨੇ, ਸਾਨੂੰ ਇਹ ਫ੍ਰੀ 'ਚ ਦੇ ਦਿਓ, ਸਾਡੇ ਇੱਥੇ ਐਫ ਹੀ ਹੋਣਾ ਚਾਹੀਦਾ, ਅਸੀਂ ਜੇ ਕੋਈ ਚੀਜ਼ ਮਤਲਬ ਕਿ ਜਿਹੜੇ ਫ੍ਰੀ ਬੀਜ਼ ਨੇ ਜਾਂ ਜਿਹੜੇ ਸਿਰਫ ਰਾਈਟ ਨਹੀਂ, ਸਾਨੂੰ ਆਪਣੀ ਡਿਊਟੀ ਤੇ ਫੋਕਸ ਕਰਨ ਦੀ ਲੋੜ ਹੈ। ਸਰ, ਪਿਛਲੇ 75 ਸਾਲਾਂ ਦੀ ਤਾਂ ਅਸੀਂ ਸੈਲੀਬ੍ਰੇਸ਼ਨ ਕਰ ਰਹੇ ਹਾਂ, ਪਰ ਪੰਜਾਬ ਦੇ 3 ਵੱਡੇ ਚੈਲੰਜ ਕਿਹੜੇ ਆ ਜਿਹੜੇ ਕਿ ਆਉਣ ਵਾਲੇ 75 ਸਾਲਾਂ ਨੂੰ ਵੀ ਬਹੁਤ ਖੂਬਸੂਰਤ ਬਣਾ ਦੇਣ? ਦੇਖੋ, ਇਸ ਵੇਲੇ ਜੇ ਮੈਂ ਪੰਜਾਬ ਦੀ ਗੱਲ ਕਰਾਂ, ਅਸੀਂ 3 ਮੇਜਰ ਜੋ ਚੈਲੰਜ ਫੇਸ ਕਰਦੇ ਪਏ ਹਾਂ। ਸਭ ਤੋਂ ਵੱਡਾ ਉਹ ਹੈਗਾ ਸਾਡੀਆਂ ਬੇਸਿਕਲੀ ਜਿਹੜੀ ਜ਼ਮੀਨ ਦੀ ਹੈਲਥ, ਸਾਡੇ ਲੋਕਾਂ ਦੀ ਹੈਲਥ,
ਸਾਡੇ ਇਨਵਾਇਰਨਮੈਂਟ ਦੀ ਹੈਲਥ। ਜਿਹੜਾ ਇੱਕ ਡਿਜ਼ਾਸਟਰ ਦੇ ਆਪਾਂ ਲਾਗੇ ਖੜੇ ਆ, ਸਾਨੂੰ ਪਤਾ ਨਹੀਂ ਚੱਲਦਾ ਪਿਆ। ਅੱਜ ਮੈਨੂੰ ਲੱਗਦਾ ਕਿ ਸਾਡੇ ਪੰਜਾਬ 'ਚ ਪੈਡੀ ਉਗਾਈ ਜਾਂਦੀ ਹੈ। ਪੰਜਾਬ ਦੇ ਪਾਣੀ ਦਾ ਜੋ ਲੈਵਲ ਹੈ, ਪੰਜਾਬ ਮੇਰੇ ਖਿਆਲ 'ਚ ਹਿੰਦੁਸਤਾਨ ਦੀ ਲਾਸਟ ਸਟੇਟ ਹੋਣਾ ਚਾਹੀਦਾ ਹੈ ਜਿੱਥੇ ਪੈਡੀ ਉਗਾਈ ਜਾਵੇ, ਕਿਉਂਕਿ MSP ਤੇ ਇਹ ਸਾਰੇ ਸਰਕਲ ਦੇ ਵਿੱਚ ਅਸੀਂ ਫਸੇ ਹੋਏ ਹਾਂ। ਤੇ ਜਿਹੜੇ ਸਾਡੇ ਕਿਸਾਨ ਲੀਡਰ ਨੇ, ਉਹ ਕਿਸਾਨਾਂ ਨੂੰ ਲੇਟੈਸਟ ਟੈਕਨੋਲੋਜੀ ਵੱਲ ਆਉਣ ਨਹੀਂ ਦੇ ਰਹੇ, ਉਹਨਾਂ ਨੂੰ ਡਿਵਰਸੀਫਾਈ ਕਰਨ ਨਹੀਂ ਦੇ ਰਹੇ, ਤੇ ਉਹਨਾਂ ਦੇ ਡਰ ਦੇ ਉੱਤੇ ਪਲੇ ਕਰਦੇ ਪਏ ਨੇ। ਇਹ ਇੱਕ ਇਕੋਲੋਜੀਕਲ ਡਿਜ਼ਾਸਟਰ ਜਿਹੜਾ ਸ਼ਾਇਦ ਪੰਜਾਬ ਨੂੰ ਕੱਲ ਨੂੰ ਰੇਗਿਸਤਾਨ ਨਾ ਬਣਾ ਦੇ, ਜੋ ਆਲਰੇਡੀ ਸਾਇੰਟਿਸਟ ਨੇ ਵਾਰਨ ਕੀਤਾ। ਇੱਥੇ ਸਾਨੂੰ ਇੱਕ ਧਿਆਨ ਦੇਣ ਦੀ ਲੋੜ ਹੈ ਕਿ ਸਾਡੀ ਜ਼ਮੀਨ, ਸਾਡੀ ਖੇਤੀ ਮਾਡਰਨ ਹੋਵੇ ਤੇ ਡਿਵਰਸੀਫਾਈਡ ਹੋਵੇ, ਤੇ ਕਿਸਾਨਾਂ ਦੀ ਇਨਕਮ ਸਾਡਿਆਂ ਦੀ ਵਧੇ, ਉਹ ਟੈਕਨੋਲੋਜੀਕਲੀ ਸੇਵੀ ਹੋਣ, ਉਹਨਾਂ ਦੇ ਬੱਚਿਆਂ ਨੂੰ ਬੈਟਰ ਐਜੂਕੇਸ਼ਨ ਮਿਲੇ ਤਾਂ ਕਿ ਉਹ ਹੋਰ ਫੀਲਡਸ 'ਚ ਵੀ ਜਾ ਪਾਉਣ। ਦੂਜੀ ਗੱਲ ਜਿਹੜੀ ਸਾਡੇ ਇੱਥੇ ਹੈਗੀ ਆ, ਜਿਹੜਾ ਸਾਡੇ ਰਿਸਕ ਸਾਡਾ ਆਪਾਂ ਫੇਸ ਕਰਦੇ ਪਏ ਹਾਂ, ਸਾਡਾ ਜਿਹੜਾ ਐਨਮੀ ਸਟੇਟ ਪਾਕਿਸਤਾਨ ਹੈਗਾ, ਸਾਨੂੰ ਉੱਥੋਂ ਆਪਣੇ ਆਪ ਨੂੰ ਆਈਸੋਲੇਟ ਕਰਨ ਦੀ ਲੋੜ ਹੈ। ਉਹ ਸਾਡੇ ਇੱਥੇ ਨਸ਼ਾ, ਸਾਡੇ ਇੱਥੇ ਹਥਿਆਰ ਪਲੱਸ ਕਮਿਊਨਲ ਡਿਸਹਾਰਮਨੀ ਜਿਹੜੀ ਫੈਲਾਉਣ ਦੀ ਕੋਸ਼ਿਸ਼ ਕਰਦੇ ਪਏ ਨੇ। ਮੈਨੂੰ ਲੱਗਦਾ ਕਿ ਇਹ ਇੱਕ ਮੇਜਰ ਚੈਲੰਜ ਹੈ ਜੋ ਸਾਡੇ ਪੰਜਾਬ ਨੂੰ ਇਸ ਵੇਲੇ ਇਫੈਕਟ ਕਰਦਾ ਪਿਆ ਹੈ। ਉਹਦੇ ਨਾਲ ਸਾਡਾ ਲਾਅ ਐਂਡ ਆਰਡਰ ਇੰਪੈਕਟ ਹੋ ਰਿਹਾ ਹੈ। ਉਹਦੇ ਨਾਲ ਬੇਸਿਕਲੀ ਇਹ ਜਿਹੜਾ ਇੱਕ ਐਸਪੈਕਟ ਹੈਗਾ ਕਿ ਜਿਹੜਾ ਸਾਨੂੰ ਪਾਕਿਸਤਾਨ ਤੋਂ ਪੰਜਾਬ ਨੂੰ ਸਪੈਸ਼ਲੀ ਖਤਰਾ ਹੈ, ਜਿਹਨੇ ਸਾਡੀ ਕਮਿਊਨਲ ਹਾਰਮਨੀ ਤੇ ਵੀ ਇੰਪੈਕਟ ਪਾਇਆ ਹੈ, ਜਿਹੜਾ ਅਨਰੈਸਟ ਕ੍ਰੀਏਟ ਕਰਦਾ ਪਿਆ ਹੈ, ਜਿੱਦਾਂ ਇੱਥੇ ਡਰੱਗਸ ਦੀ ਪ੍ਰੋਬਲਮਸ ਹੈ, ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ, ਉਹ ਇੱਕ ਮੇਜਰ ਜੜ ਹੈ। ਸਾਨੂੰ ਪੰਜਾਬ ਨੂੰ ISI ਤੇ ਪਾਕਿਸਤਾਨ ਦੇ ਨੈਗੇਟਿਵ ਇਰਾਦਿਆਂ ਤੋਂ, ਉਹਨਾਂ ਤੋਂ ਇੱਕ ਆਈਸੋਲੇਟ ਤੇ ਇਨਸੂਲੇਟ ਕਰਨ ਦੀ ਲੋੜ ਹੈਗੀ ਹੈ। ਜਿਹੜਾ ਤੀਜਾ ਮੇਜਰ ਚੈਲੰਜ ਸਾਡੇ ਇੱਥੇ ਫੇਸ ਹੋ ਰਿਹਾ ਹੈ, ਉਹ ਹੈਗਾ ਲੈਕ ਆਫ ਇੰਡਸਟਰੀ। ਰਾਈਟ, ਸਾਨੂੰ ਇਸ ਵੇਲੇ ਪੰਜਾਬ ਦੀ ਪੋਲਿਊਸ਼ਨ ਫਰੀ ਇੰਡਸਟਰੀਲਾਈਜੇਸ਼ਨ ਕਰਨ ਦੀ ਲੋੜ ਹੈ। ਅੱਜ ਨਵੀਆਂ ਓਪਰਚੁਨਿਟੀਜ਼ ਆ ਰਹੀਆਂ ਨੇ, 5G, ਟੈਲੀਕਾਮ। ਉਹਦੇ ਲਈ ਸਾਨੂੰ ਆਪਣੀ ਐਜੂਕੇਸ਼ਨ, ਹਾਇਰ ਐਜੂਕੇਸ਼ਨ ਤੇ ਸਾਡੇ ਬੱਚਿਆਂ ਦੀ ਜਿਹੜੀ ਮੈਂਟੈਲਿਟੀ ਹੈ, ਐਟੀਟਿਊਡ ਹੈ, ਉਹਨੂੰ ਪੋਜ਼ਿਟਿਵ ਕਰਨ ਦੀ ਲੋੜ ਹੈ ਕਿ ਸਾਡੇ ਬੱਚੇ ਮਿਹਨਤੀ ਬਣਨ। ਹੋ ਕੀ ਗਿਆ ਪੰਜਾਬ ਦੇ ਵਿੱਚ, ਅਸੀਂ ਆਪਾਂ ਆਪਣੇ ਆਪ ਨੂੰ ਹਾਲਾਂਕਿ ਹਾਰਡ ਵਰਕਿੰਗ ਇਮੇਜ ਤੇ ਮੰਨ ਕੇ ਚੱਲਦੇ ਪਏ ਹਾਂ, ਪਰ ਵੀ ਆਰ ਨਾਟ ਦੈਟ ਹਾਰਡ ਵਰਕਿੰਗ। ਅੱਜ ਜਿੰਨੀਆਂ ਵੀ ਇੰਡਸਟਰੀ ਨੇ, ਦੇ ਡੋਂਟ ਫਾਈਂਡ ਦੀ ਰਾਈਟ ਕਾਈਂਡ ਆਫ ਟੈਲੈਂਟ, ਦੇ ਡੋਂਟ ਫਾਈਂਡ ਦੈਟ ਕਾਈਂਡ ਆਫ ਸਿੰਸੈਰਿਟੀ। ਤਾਂ ਸਾਡੇ ਆਸ-ਪਾਸ ਦੀਆਂ ਸਟੇਟਸ ਉਹਦਾ ਬੈਨੀਫਿਟ ਲੈ ਰਹੀਆਂ ਨੇ। ਤਾਂ ਮੈਨੂੰ ਲੱਗਦਾ ਹੈ ਕਿ ਰਾਈਟ ਇਕਨੋਮਿਕ ਇਨਵਾਇਰਨਮੈਂਟ ਪੰਜਾਬ 'ਚ ਕ੍ਰੀਏਟ ਕਰਨ ਦੀ ਲੋੜ ਹੈ। ਕਰੰਟ ਸਰਕਾਰ ਉਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਕਿ ਛੇਤੀ ਤੋਂ ਛੇਤੀ ਐਕਸ਼ਨੇਬਲ ਪਲਾਨ ਬਣਾਵੇ। ਬਾਕੀ ਕਈ ਚੀਜ਼ਾਂ 'ਚ ਉਹਨਾਂ ਨੇ ਕੰਮ ਸ਼ੁਰੂ ਕੀਤਾ, ਐਂਟੀ ਕਰਪਸ਼ਨ ਕੰਮ ਸ਼ੁਰੂ ਕੀਤਾ ਹੈ ਉਹਨਾਂ ਨੇ, ਪਰ ਇਹ ਇੱਕ ਏਰੀਆ ਹੈਗਾ ਜਿਹਦੇ ਵਿੱਚ ਹਜੇ ਉਹਨਾਂ ਨੂੰ ਕਾਫੀ ਹੋਰ ਮਿਹਨਤ ਕਰਨ ਦੀ ਲੋੜ ਹੈਗੀ ਹੈ। ਸ਼ੁਕਰੀਆ ਸਰ। ਅੱਜ ਅਸੀਂ ਆਜ਼ਾਦੀ ਦਾ ਦਿਵਸ ਮਨਾ ਰਹੇ ਹਾਂ, ਪੂਰੇ ਪੰਜਾਬ ਨੇ ਮਨਾਇਆ, ਪੂਰੇ ਦੇਸ਼ ਨੇ ਮਨਾਇਆ, ਤੇ ਅਸੀਂ ਉਮੀਦ ਵੀ ਕਰਦੇ ਹਾਂ, ਜਿਵੇਂ ਸਰ ਨੇ ਕਿਹਾ, ਕਿ ਪੰਜਾਬ ਨੂੰ ਪ੍ਰੋਸਪੈਰਸ ਬਣਾਉਣ ਦੇ ਲਈ, ਹੋਰ ਤਰੱਕੀ ਦੇ ਰਾਹ 'ਤੇ ਲਿਜਾਣ ਲਈ ਜੋ ਵੀ ਸਾਨੂੰ ਕਰਨਾ ਚਾਹੀਦਾ, ਜੋ ਸਾਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਤੇ ਇੱਕ ਖਾਸ ਗੱਲ ਕਿ ਸਾਡੀ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਹੈ ਜਿਹੜੀ, ਅਸੀਂ ਉਹਨੂੰ ਸਮਝ ਕੇ ਪੰਜਾਬ, ਦੇਸ਼ ਤੇ ਦੁਨੀਆ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਆਪਣੇ ਸੱਚੇ ਪੰਜਾਬੀ ਹੋਣ ਦਾ ਸਬੂਤ ਦੇਈਏ। ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ, ਹੋਰ ਡਿਸਕਸ਼ਨਸ ਦੇ ਲਈ ਜੁੜੇ ਰਹੋ ਪੰਜਾਬ ਟੂਡੇ ਦੇ ਨਾਲ। ਦੇਖਦੇ ਰਹੋ ਇਨਸਾਈਟਸ ਵਿਦ ਵਿਸ਼ਾਲ ਸੂਦ।